ਸਿਰਜਣਾ। मैं सुना तो सिर्फ खामोशी सुना तेरी, मैं बुना तो सिर्फ सुपना बुना तेरा। अदबी पत्रिका प्रोग्राम सिरजना लैके मैं प्रभजोत हाज़र हाँ। अज असी जिस शख्सियत नाल तुहाडी मुलाकात करवाउण जा रहे हैं वो पंजाबी ਸਾਹਿਤ जगत के उगे कवि ने ते इस दे नाल नाल दूरदर्शन केंद्र जलंधर के निर्माता निर्देशक भी रह चुके ने ते इस दे नाल अजकल सकत्तर भी ने पंजाब कला परिषद दे। मेरी मुराद है डॉक्टर लखविंदर जौल होरां तो। कविता डॉक्टर जौल होरां दियां रगां विच दौड़दी ए। कविता कदों उन्हां अंदर प्रवेश कर गई ਇਹ उन्हां नूं आप नहीं पता। उन्हां ने कविता सिर्फ कल्पना के आधार ते नहीं लिखी, सगों आले दुआले जो विचर रहा है उस सारे दुख दर्द नूं अपने पिंडे ते हंडा के अते इस नूं अनुभव करके लिखी। उन्हां ने लगभग 10 काव्य संग्रह पंजाबी पाठकां दी झोली पाए ते कुछ अनुवाद दीआं पुस्तकां भी। आओ सुणदे हां डॉक्टर लखविंदर जौल होरां नाल कीती गलबात। उन्हां नाल गलबात कर रहे ने डॉक्टर नवरूप कौर। ਸਿਰਜਣਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਸਵਾਗਤ। ਮੈਂ ਪ੍ਰੋਫੈਸਰ ਨਵਰੂਪ। ਅੱਜ ਤੁਹਾਡੇ ਨਾਲ ਇੱਕ ਇਹੋ ਜਿਹੀ ਸ਼ਖਸੀਅਤ ਨੂੰ ਅਸੀਂ ਇੱਕ ਜਾਣ ਪਛਾਣ ਦੇ ਵਿੱਚ ਲੈ ਕੇ ਆਵਾਂਗੇ ਜਿਸ ਨੂੰ ਸੁਣਦਿਆਂ ਹੀ ਤੁਹਾਨੂੰ ਯਾਦ ਆ ਜਾਏਗਾ ਕਿ ਇਹ ਤਾਂ ਉਹ ਸ਼ਖਸੀਅਤ ਹੈ ਜਿਸ ਨੂੰ ਅਸੀਂ ਚਿਰਾਂ ਤੋਂ ਜਾਣਦੇ ਸੀ। ਕਹਿੰਦੇ ਨੇ ਕਿ ਜਦ ਸੋਚ ਵਿੱਚ ਸੂਰਜ ਮਗਦਾ ਹੋਵੇ, ਮੱਥੇ ਵਿੱਚ ਗਿਆਨ ਦਾ ਦੀਵਾ ਜਗਦਾ ਹੋਵੇ, ਸਿਦਕ ਤੇ ਸਿਰ ਸਾਹਾਂ ਵਿੱਚ ਦਮ ਤੇ ਲੱਤਾਂ ਵਿੱਚ ਤਾਨ ਹੋਵੇ, ਪੈਰਾਂ ਵਿੱਚ ਅਗਾਂਹ ਵਧਣ ਦੀ ਇੱਛਾ ਹੋਵੇ ਤਾਂ ਇਹੋ ਜਿਹੇ ਉਦਮੀ ਲੋਕਾਂ ਨੂੰ ਮੰਜ਼ਿਲਾਂ ਢਾਹ ਕੇ ਮਿਲਦੀਆਂ ਹਨ। ਸੋ ਮੇਰੀ ਮੁਰਾਦ ਹੈ ਡਾਕਟਰ ਲਖਵਿੰਦਰ ਜੌਲ ਹੋਰਾਂ ਤੋਂ, ਜਿਹੜੇ ਅੱਜ ਸਾਡੇ ਨਾਲ ਇੱਥੇ ਗੱਲਬਾਤ ਕਰਨ ਲਈ ਆਪਣੀ ਸਿਰਜਣ ਪ੍ਰਕਿਰਿਆ ਦੇ ਨਾਲ ਸਾਂਝ ਪਾਉਣ ਲਈ ਸਾਡੇ ਨਾਲ ਜੁੜ ਚੁੱਕੇ ਹਨ। ਸੋ ਤੁਹਾਡਾ ਬਹੁਤ ਸਵਾਗਤ ਹੈ ਜੌਲ ਸਾਹਿਬ। ਬਹੁਤ ਮਿਹਰਬਾਨੀ ਜੀ ਕਿ ਤੁਸੀਂ ਮੈਨੂੰ ਆਕਾਸ਼ਵਾਣੀ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਆਕਾਸ਼ਵਾਣੀ ਦੇ ਸਰੋਤਿਆਂ ਨਾਲ ਕੁਝ ਗੱਲਾਂ ਵੀ ਕਰਾਂਗਾ, ਕੁਝ ਕਵਿਤਾਵਾਂ ਵੀ ਸਾਂਝੀਆਂ ਕਰਾਂਗਾ ਅਤੇ ਕੁਝ ਆਪਣੇ ਤਜਰਬੇ ਵੀ ਅਤੇ ਆਪਣੀ ਜ਼ਿੰਦਗੀ ਦੇ ਕੁਝ ਵਰਕੇ ਫੋਲਣ ਦਾ ਮੈਨੂੰ ਮੌਕਾ ਮਿਲੇਗਾ। ਸੋ ਜੌਲ ਸਾਹਿਬ, ਜੇ ਤੁਹਾਡੇ ਬਾਰੇ 'ਚ ਮੈਂ ਗੱਲ ਕਰਾਂ, ਜੇ ਮੈਂ ਦੂਰਦਰਸ਼ਨ ਵੱਲ ਪਹੁੰਚ ਜਾਵਾਂ ਤਾਂ ਮੈਨੂੰ ਲੱਗਦਾ ਹੈ ਕਿ ਦੂਰਦਰਸ਼ਨ ਦੀ ਜਿਹੜੀ ਸਾਰੀ ਦੀ ਸਾਰੀ ਕਾਰਗੁਜ਼ਾਰੀ ਹੈ, ਉਹਦੇ ਵੱਡੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਤੁਹਾਡਾ ਬਹੁਤ ਵੱਡਾ ਅਹਿਮ ਯੋਗਦਾਨ ਰਿਹਾ। ਜੇ ਮੈਂ ਅਵਾਰਡਾਂ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਅਵਾਰਡ ਤੁਹਾਡੀ ਝੋਲੀ 'ਚ ਪੈ ਚੁੱਕੇ ਨੇ ਅਤੇ ਹੁਣੇ ਰੀਸੈਂਟਲੀ ਜਿਹੜਾ ਇੱਕ ਅਵਾਰਡ ਤੁਹਾਡੀ ਝੋਲੀ 'ਚ ਪਿਆ ਰਜਿੰਦਰ ਪਰਦੇਸੀ ਹੋਰਾਂ ਦੀ ਯਾਦ ਵਿੱਚ ਤੁਹਾਨੂੰ ਮਿਲਿਆ, ਉਹਦੇ ਲਈ ਅਸੀਂ ਮੁਬਾਰਕਬਾਦ ਦਿੰਦੇ ਹਾਂ ਤੁਹਾਨੂੰ। ਬਹੁਤ ਮਿਹਰਬਾਨੀ। ਪਰ ਇਸ ਤੋਂ ਪਹਿਲਾਂ ਕਿ ਮੈਂ ਬਹੁਤ ਸਾਰੇ ਅਵਾਰਡਸ ਦੀ ਗੱਲ ਕਰਾਂ, ਮੈਂ ਤੁਹਾਡੇ ਕੋਲੋਂ ਹੀ ਜਾਣਨਾ ਚਾਹੁੰਦੀ ਹਾਂ ਕਿ ਸਾਨੂੰ ਆਪਣੇ ਅਵਾਰਡਸ ਬਾਰੇ ਇੱਕ ਥੋੜ੍ਹਾ ਜਿਹਾ ਜਿਹੜਾ ਸੰਖੇਪ ਵੇਰਵਾ ਜ਼ਰੂਰ ਦਿਓ। ਦੇਖੋ, ਅਵਾਰਡਸ ਜ਼ਿੰਦਗੀ ਦੇ ਵਿੱਚ ਉਹ ਮੌਕੇ ਹੁੰਦੇ ਆ ਜਿਹੜੇ ਤੁਹਾਨੂੰ ਜੋ ਕੁਝ ਤੁਸੀਂ ਕਰ ਰਹੇ ਹੋ ਉਹਦੇ ਲਈ ਹੋਰ ਉਤਸ਼ਾਹ ਦਿੰਦੇ ਨੇ। ਮੈਨੂੰ ਜਿਹੜਾ ਉਹ ਦੂਰਦਰਸ਼ਨ ਦੇ ਨੈਸ਼ਨਲ ਅਵਾਰਡ ਵੀ ਮਿਲੇ, ਜਿਹਦੇ ਵਿੱਚ ਇੱਕ ਡਾਕੂਮੈਂਟਰੀ 'ਤੇ ਮੈਨੂੰ ਅਵਾਰਡ ਮਿਲਿਆ 2007 ਦੇ ਵਿੱਚ, ਜਿਹੜਾ ਮੈਨੂੰ ਸੀਚੇਵਾਲ ਸਾਹਿਬ ਦੀ ਜ਼ਿੰਦਗੀ ਅਤੇ ਉਹਨਾਂ ਦੇ ਮਾਡਲ ਉੱਪਰ, ਜੋ ਡਿਵੈਲਪਮੈਂਟ ਦਾ ਮਾਡਲ ਉਹਨਾਂ ਨੇ ਵਾਤਾਵਰਨ ਪ੍ਰੇਮੀ ਮਾਡਲ ਦਿੱਤਾ ਸੀ, ਉਹਦੇ ਉੱਪਰ ਇੱਕ ਡਾਕੂਮੈਂਟਰੀ ਬਣਾਈ ਸੀ, ਉਹਦੇ 'ਚ ਮਿਲਿਆ ਸੀ। ਇਸ ਤੋਂ ਬਿਨਾਂ ਦੂਰਦਰਸ਼ਨ ਦੇ ਕੁਝ ਹੋਰ ਪ੍ਰੋਗਰਾਮ, ਜਿਵੇਂ ਅਸੀਂ ਨਵੇਂ ਸਾਲ ਦਾ ਪ੍ਰੋਗਰਾਮ ਕਰਦੇ ਹਾਂ, ਉਹਦੇ ਲਈ ਵੀ ਮੈਨੂੰ 2 ਵਾਰੀ ਜਿਹੜਾ ਉਹ ਨੈਸ਼ਨਲ ਅਵਾਰਡ ਮਿਲਿਆ। ਔਰ ਪੰਜਾਬ ਸਰਕਾਰ ਦਾ ਜਿਹੜਾ ਸ਼੍ਰੋਮਣੀ ਅਵਾਰਡ ਹੈ ਉਹ ਵੀ ਮੇਰੇ ਹਿੱਸੇ ਆਇਆ 2003 ਦੇ ਵਿੱਚ। ਮੈਂ ਵੈਸੇ ਇਹ ਸਮਝਦਾ ਕਿ ਇਹ ਅਵਾਰਡ ਤੁਹਾਡੇ ਜੋ ਕੰਮ ਤੁਸੀਂ ਕਰ ਰਹੇ ਹੋ ਉਹਦੀ ਮਾਨਤਾ ਜ਼ਰੂਰ ਹੁੰਦੇ ਆ, ਪਰ ਅਸਲ ਦੇ ਵਿੱਚ ਇਹ ਅਵਾਰਡ ਤੁਹਾਡੇ ਉਸ ਕੰਮ ਦਾ ਅੰਤ ਨਹੀਂ ਹੁੰਦੇ, ਉਹਦੀ ਇੱਕ ਤਰ੍ਹਾਂ ਨਾਲ ਇੱਕ ਨਵੀਂ ਸ਼ੁਰੂਆਤ ਹੁੰਦੇ ਆ। ਇਸ ਕਰਕੇ ਮੈਨੂੰ ਬੜਾ ਅੱਛਾ ਲੱਗਦਾ ਹੈ ਆਪਣੇ ਅਵਾਰਡਾਂ ਬਾਰੇ ਗੱਲ ਕਰਨੀ, ਪਰ ਉਸ ਤੋਂ ਵੀ ਜ਼ਿਆਦਾ ਤੁਹਾਡੇ ਕੰਮ ਦੀ ਗੱਲ ਜਿਹੜੀ ਹੈ ਉਹ ਅੱਗੇ ਹੋਰ ਵਧੇ, ਹੋਰ ਜ਼ਿਆਦਾ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲੇ, ਇਹ ਗੱਲ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਸੋ ਜੌਲ ਸਾਹਿਬ, ਤੁਹਾਡੀਆਂ ਡਾਕੂਮੈਂਟਰੀਜ਼ ਦੇ ਬਾਰੇ 'ਚ ਆਪਾਂ ਜ਼ਰੂਰ ਗੱਲ ਕਰਾਂਗੇ ਥੋੜ੍ਹੀ ਦੇਰ ਤੱਕ, ਜਿਵੇਂ ਕਿ ਤੁਸੀਂ ਸਾਨੂੰ ਹੁਣ ਜਾਣਕਾਰੀ ਦਿੱਤੀ ਹੈ। ਪਰ ਮੈਂ ਨਾਲ ਦੀ ਨਾਲ ਇੱਥੇ ਗੱਲ ਕਰਨਾ ਚਾਹੁੰਦੀ ਹਾਂ ਤੁਹਾਡੀ ਸਾਹਿਤ ਰਚਨਾ ਦੀ, ਤੁਹਾਡੀ ਸਿਰਜਣਾ ਦੀ, ਤੁਹਾਡੀ ਸਿਰਜਣ ਪ੍ਰਕਿਰਿਆ ਦੀ। ਜਿਹੜੀਆਂ ਤੁਹਾਡੀਆਂ ਪੁਸਤਕਾਂ ਹੁਣ ਤੱਕ ਸਾਡੇ ਪਾਠਕ ਦੇਖ ਚੁੱਕੇ ਨੇ, ਪੜ੍ਹ ਚੁੱਕੇ ਨੇ, ਉਹਨਾਂ ਦੇ ਵਿੱਚ ਜਦੋਂ ਮੈਂ ਲਿਸਟ ਵੱਲ ਧਿਆਨ ਮਾਰ ਰਹੀ ਸੀ ਤਾਂ ਬੜੀਆਂ ਸਾਰੀਆਂ ਕਿਤਾਬਾਂ ਸਾਹਮਣੇ ਆਈਆਂ, ਜਿਵੇਂ ਕਿ ਬਹੁਤ ਦੇਰ ਹੋਈ। ਚਾਹੇ ਟਾਈਟਲ ਸੀਗਾ ਬਹੁਤ ਦੇਰ ਹੋਈ, ਪਰ ਮੈਨੂੰ ਲੱਗਦਾ ਕਿ ਤੁਸੀਂ ਇਹ ਬੜਾ ਪਹਿਲਾਂ ਕੰਮ ਕਰ ਲਿਆ ਸੀਗਾ। ਮਨੋਵੇਗ, ਸਾਹਾਂ ਦੀ ਸਰਗਮ, ਇੱਕ ਸੁਪਨਾ,
ਇੱਕ ਸੰਵਾਦ, ਬਲੈਕ ਹੋਲ, ਅਣਲਿਖੇ ਵਰਕੇ, ਸ਼ਬਦਾਂ ਦੀ ਸੰਸਦ, ਬਹਿਸ ਤੋਂ ਬੇਖਬਰ, ਲਹੂ ਦੇ ਲਫ਼ਜ਼, ਅਥਰੂ ਦੀ ਆਤਮ ਕਥਾ, ਤੇ ਫਿਰ ਤੁਸੀਂ ਇਸ ਵਹਾਅ ਨੂੰ ਲੈ ਕੇ ਚੱਲਦੇ ਹੋ ਪਾਣੀ ਦੇ ਵਿਚਾਰ। ਸੋ ਇਹ ਸਾਰੀਆਂ ਪੁਸਤਕਾਂ ਜਦੋਂ ਤੁਸੀਂ ਲਿਖੀਆਂ ਤਾਂ ਮੇਰਾ ਸਵਾਲ ਇਹ ਹੈ, ਜਾਂ ਮੇਰੇ ਸਾਰੇ ਮੈਨੂੰ ਲੱਗਦਾ ਸੁਣਨ ਵਾਲੇ ਵੀ ਇਹੀ ਜਾਣਨਾ ਚਾਹੁੰਦੇ ਹੋਣੇ ਹੈ ਕਿ ਸਿਹਾਰੀ ਤੋਂ ਲੈ ਕੇ ਕੰਨੇ ਤੱਕ ਦਾ ਸਫ਼ਰ, ਸਿਰਜਣਾ, ਸਿਹਾਰੀ ਕਿੱਥੋਂ ਪਾਈ ਸੀ? ਦੇਖੋ, ਇਹ ਸਿਹਾਰੀ ਤਾਂ ਅਸਲ ਦੇ ਵਿੱਚ ਕਾਲਜ ਦੇ ਦਿਨਾਂ ਤੋਂ ਹੀ ਪੈ ਗਈ ਸੀਗੀ। ਮੇਰਾ ਜੋ ਆਪਣਾ ਪਿੰਡ ਹੈ ਜੰਡਿਆਲਾ ਮੰਝਕੀ, ਉਹਦਾ ਨਾਮ ਹੈ, ਜਿਹੜਾ ਜਲੰਧਰ ਤੋਂ 18 ਕਿਲੋਮੀਟਰ ਦੀ ਦੂਰੀ 'ਤੇ ਆ। ਜਦੋਂ ਮੈਂ ਉਸ ਕਾਲਜ ਦੇ ਵਿੱਚ ਦਾਖਲ ਹੋਇਆ ਤੇ ਉੱਥੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਸਨ ਤੇ ਰਘਵੀਰ ਸਿੰਘ ਸਿਰਜਣਾ, ਜਿਨ੍ਹਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ। ਸਿਰਜਣਾ ਮੈਗਜ਼ੀਨ ਜਿਹੜੇ ਲਗਾਤਾਰ ਜਿਹੜਾ ਉਹ 200 ਅੰਕ ਤੋਂ ਜ਼ਿਆਦਾ ਕੱਢ ਚੁੱਕੇ ਨੇ, ਉਹ ਮੇਰੇ ਪੰਜਾਬੀ ਦੇ ਅਧਿਆਪਕ ਸਨ। ਤੇ ਸਭ ਤੋਂ ਪਹਿਲਾਂ ਜਦੋਂ ਮੈਂ ਅਜੇ ਪ੍ਰੈਪ ਵਿੱਚ ਹੀ ਪੜ੍ਹਦਾ ਸੀ, ਉਸ ਵੇਲੇ ਹੀ ਮੈਂ ਕਾਲਜ ਮੈਗਜ਼ੀਨ ਦੇ ਵਿੱਚ ਉਹਨਾਂ ਦੀ ਪ੍ਰੇਰਨਾ ਨਾਲ, ਡਾਕਟਰ ਰਘਵੀਰ ਸਿੰਘ ਉਹਨਾਂ ਦੀ ਪ੍ਰੇਰਨਾ ਨਾਲ ਮੈਂ ਆਪਣੀ ਪਹਿਲੀ ਕਵਿਤਾ ਲਿਖੀ ਸੀ, ਜਿਹਦਾ ਟਾਈਟਲ ਸੀ ਫਲਸਫਾ। ਉਹ ਜਦੋਂ ਕਾਲਜ ਮੈਗਜ਼ੀਨ ਦੇ ਵਿੱਚ ਛਪੀ ਤੇ ਮੈਨੂੰ ਡਾਕਟਰ ਰਘਵੀਰ ਸਿੰਘ ਹੋਰਾਂ ਨੇ ਬੁਲਾ ਕੇ, ਪਹਿਲੀ ਗੱਲ ਤਾਂ ਛਾਪੀ ਭਾਵੇਂ ਉਹਨਾਂ ਨੇ ਆਪ ਹੀ ਸੀ, ਪਰ ਛਪਣ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਵਿਸ਼ੇਸ਼ ਤੌਰ 'ਤੇ ਸ਼ਾਬਾਸ਼ ਦਿੱਤੀ ਸੀ ਕਿ ਤੂੰ ਬਹੁਤ ਅੱਛਾ ਲਿਖਿਆ। ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ, ਕਿਉਂਕਿ ਇਹ ਗੱਲ ਸਨ 1972 ਦੀ ਹੈ ਤੇ ਹੁਣ ਜਦੋਂ ਆਪਾਂ 2022 ਦੇ ਵਿੱਚ ਇਹ ਗੱਲਾਂ ਕਰ ਰਹੇ ਹਾਂ, ਤੇ ਇੰਨਾ ਲੰਮਾ ਸਮਾਂ ਜਿਹੜਾ ਉਹ ਮੇਰਾ ਸਾਹਿਤ ਦੇ ਨਾਲ ਨਾਲ ਔਰ ਖ਼ਾਸ ਤੌਰ 'ਤੇ ਕਵਿਤਾ ਦੇ ਨਾਲ ਨਾਲ ਹੀ ਬੀਤਿਆ। ਉਸ ਤੋਂ ਬਾਅਦ ਮੈਂ ਕਾਲਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਅਖਬਾਰਾਂ ਦੇ ਵਿੱਚ 2 ਜਗ੍ਹਾ 'ਤੇ ਸਬ ਐਡੀਟਰ ਰਿਹਾ, ਜਿਹਦੇ 'ਚ ਨਵਾਂ ਜ਼ਮਾਨਾ ਅਖਬਾਰ ਵੀ ਹੈ, ਅਜੀਤ ਅਖਬਾਰ ਵੀ ਹੈ। ਤੇ ਉਸ ਤੋਂ ਬਾਅਦ ਮੈਂ ਦੂਰਦਰਸ਼ਨ 'ਤੇ ਆ ਗਿਆ, ਪਹਿਲਾਂ ਪ੍ਰੋਡਕਸ਼ਨ ਅਸਿਸਟੈਂਟ, ਫਿਰ UPSC ਰਾਹੀਂ ਪ੍ਰੋਗਰਾਮ ਐਗਜ਼ੀਕਿਊਟਿਵ। ਔਰ 1991 ਤੋਂ ਲੈ ਕੇ 2015 ਤੱਕ ਮੈਂ ਉਸ ਪੋਸਟ 'ਤੇ ਰਿਹਾ, ਜਿਹਦੇ ਵਿੱਚ ਮੈਂ DD ਨਿਊਜ਼ ਦਿੱਲੀ ਵੀ, DDK ਗਵਾਲੀਅਰ ਵੀ, ਔਰ ਇਸ ਤੋਂ ਬਿਨਾਂ ਪੂਨੇ ਵੀ, ਤੇ ਫਿਰ ਪਟਿਆਲਾ ਦੂਰਦਰਸ਼ਨ 'ਤੇ ਵੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਔਰ ਆਖਿਰਕਾਰ ਜਲੰਧਰ ਤੋਂ ਮੇਰੀ ਰਿਟਾਇਰਮੈਂਟ ਹੋਈ। ਸ਼ੁਰੂਆਤ ਵੀ ਜਲੰਧਰ ਤੋਂ ਹੀ ਹੋਈ ਸੀ। ਇਸ ਦੌਰਾਨ ਬਹੁਤ ਲੰਮਾ ਸਮਾਂ, ਕਿਉਂਕਿ ਮੇਰੇ 'ਤੇ ਜੋ ਸਭ ਤੋਂ ਵੱਡਾ ਅਹਿਸਾਨ ਹੈ ਪ੍ਰਸਾਰ ਭਾਰਤੀ ਦਾ, ਉਹ ਇਹੀ ਹੈ ਕਿ ਮੇਰੀ ਜ਼ਿੰਦਗੀ ਨੂੰ ਜਿਹੜਾ ਉਹ ਅੱਗੇ ਵਧਾਉਣ ਦੇ ਵਿੱਚ ਪ੍ਰਸਾਰ ਭਾਰਤੀ ਦਾ ਬਹੁਤ ਵੱਡਾ ਹਿੱਸਾ ਹੈ। ਪਹਿਲਾਂ ਮਤਲਬ ਸਰਕਾਰੀ ਸੀ ਇਹ, ਤੇ ਜਦੋਂ ਉਸ ਤੋਂ ਬਾਅਦ ਪ੍ਰਸਾਰ ਭਾਰਤੀ ਬਣ ਗਿਆ ਤਾਂ ਅਸੀਂ ਪ੍ਰਸਾਰ ਭਾਰਤੀ ਦੇ EMPLOYEE ਹੋ ਗਏ। ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਫਿਰ ਉਹ ਸਾਰੇ ਮੁਲਾਜ਼ਮ ਜਿਹੜੇ ਉਹ ਡੈਪੂਟੇਸ਼ਨ 'ਤੇ ਪ੍ਰਸਾਰ ਭਾਰਤੀ ਦਾ ਹਿੱਸਾ ਬਣ ਗਏ। ਔਰ ਇਸ ਕਰਕੇ ਪ੍ਰਸਾਰ ਭਾਰਤੀ ਦੇ ਨਾਲ ਕੰਮ ਕਰਦਿਆਂ ਔਰ ਵੱਖ-ਵੱਖ ਥਾਵਾਂ 'ਤੇ ਆਪਣਾ ਤਜਰਬਾ ਹਾਸਲ ਕਰਦਿਆਂ ਬਹੁਤ ਕੁਝ ਕ੍ਰੀਏਟਿਵ ਤਾਂ ਕੀਤਾ ਹੀ ਕੀਤਾ, ਲੇਕਿਨ ਮੈਂ ਆਪਣੀ ਕਵਿਤਾ ਨਾਲ ਵੀ ਜੁੜਿਆ ਰਿਹਾ। ਕਵਿਤਾ ਤੋਂ ਟੁੱਟਣਾ ਮੈਨੂੰ ਗਵਾਰਾ ਨਹੀਂ ਸੀਗਾ। ਇਸ ਕਰਕੇ ਮੈਂ ਇੰਨੀਆਂ ਕਿਤਾਬਾਂ, ਜਿਹਦੇ ਵਿੱਚ ਮੇਰੀ ਕਵਿਤਾ ਦੀਆਂ ਲਗਭਗ 8 ਕਿਤਾਬਾਂ ਨੇ, ਪਾਣੀ ਹੋਏ ਵਿਚਾਰ ਤੱਕ, ਬਹੁਤ ਦੇਰ ਹੋਈ ਤੋਂ ਸ਼ੁਰੂ ਕਰਕੇ ਜਿਵੇਂ ਤੁਸੀਂ ਜ਼ਿਕਰ ਕੀਤਾ। ਇਹਨਾਂ 8 ਕਿਤਾਬਾਂ ਦੀ ਖਾਸੀਅਤ ਇਹ ਹੈ ਕਿ ਵੱਖ-ਵੱਖ ਕਾਵਿ ਵਿਧਾਵਾਂ ਵਿੱਚ ਨੇ। ਇਹਦੇ ਵਿੱਚ ਗਜ਼ਲਾਂ ਵੀ ਨੇ, ਇਹਦੇ 'ਚ ਛੋਟੀਆਂ ਕਵਿਤਾਵਾਂ ਵੀ ਨੇ, ਇਹਦੇ 'ਚ 3 ਲੰਮੀਆਂ ਕਵਿਤਾਵਾਂ ਨੇ। ਲੰਮੀਆਂ ਕਵਿਤਾਵਾਂ ਦੀ ਬਹੁਤ ਘੱਟ ਪਰੰਪਰਾ ਆ ਪੰਜਾਬੀ ਦੇ ਵਿੱਚ। ਕੁਛ ਗਿਣੇ ਚੁਣੇ ਸ਼ਾਇਰੀ ਹੈ ਜਿਨ੍ਹਾਂ ਨੇ ਮਤਲਬ ਲੰਮੀ ਕਵਿਤਾ ਉੱਤੇ ਆਪਣਾ ਹੱਥ ਜਮਾਇਆ, ਤੇ ਮੈਂ ਆਪਣੇ ਆਪ ਬਾਰੇ ਕਹਿੰਦਾ ਇਹ ਸ਼ਰਮ ਨਹੀਂ ਮਹਿਸੂਸ ਕਰਦਾ ਕਿ ਮੈਂ ਉਹਨਾਂ ਵਿੱਚੋਂ ਇੱਕ ਹਾਂ। ਮੈਂ 3 ਜਿਹੜੀਆਂ ਉਹ ਕਵਿਤਾਵਾਂ, ਲੰਮੀਆਂ ਕਵਿਤਾਵਾਂ ਲਿਖੀਆਂ। ਜੌਲ ਸਾਹਿਬ, ਤੁਹਾਡਾ ਇਹ ਸਫ਼ਰ ਬਹੁਤ ਜ਼ਿਆਦਾ ਗੁਣਾਂ ਨਾਲ ਭਰਿਆ ਹੋਇਆ ਤੇ ਲੰਬਾ ਸਫ਼ਰ ਹੈ। ਮੈਂ ਵਿੱਚੋਂ ਰੋਕ ਰਹੀ ਹਾਂ ਤੁਹਾਨੂੰ, ਕਿਉਂਕਿ ਮੈਂ ਪਹਿਲਾਂ ਇੱਕ ਗਜ਼ਲ ਜਾਂ ਕਵਿਤਾ ਤੁਹਾਡੇ ਕੋਲੋਂ ਜ਼ਰੂਰ ਸੁਣਨਾ ਚਾਹਾਂਗੀ। ਮੈਂ ਹੀ ਨਹੀਂ, ਸਾਡੇ ਸਾਰੇ ਪਾਠਕ ਸੁਣਨਾ ਚਾਹੁੰਦੇ ਹੋਣਗੇ, ਸਾਡੇ ਸਰੋਤੇ ਸੁਣਨਾ ਚਾਹੁੰਦੇ ਹੋਣਗੇ। ਸੋ ਇਸ ਦੇ ਨਾਲ ਅਸੀਂ ਸਾਂਝ ਪਾ ਕੇ ਤੇ ਫਿਰ ਆਪਾਂ ਅਗਲੇ ਸਵਾਲ 'ਤੇ ਜਾਵਾਂਗੇ। ਮੈਂ ਜਦੋਂ ਤੁਹਾਡੀ ਇੱਕ ਕਵਿਤਾ ਪੜ੍ਹ ਰਹੀ ਸੀ ਨਾ, ਮੈਂ ਸ਼ਬਦਾਂ ਦੀ ਸੰਸਦ ਅੰਦਰ ਮਤਾ ਅਨੋਖਾ ਪੇਸ਼ ਕਰਾਂਗਾ, ਕਿੱਥੋਂ ਆਉਂਦੇ ਦੁੱਖ ਦਲਿੱਦਰ ਜਾਗਰੂਕ ਮੈਂ ਦੇਸ਼ ਕਰਾਂਗਾ। ਤੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਇਸ ਭਾਵਨਾ ਦੇ ਪਿੱਛੇ ਬਹੁਤ ਕੁਝ ਲੁਕਿਆ ਹੋਇਆ ਹੈ, ਪਰ ਇਹ ਗੱਲਾਂ ਬਹੁਤ ਸਾਰੀਆਂ ਨੇ ਜਿਹੜੀਆਂ ਤੁਹਾਡੇ ਨਾਲ ਕਰਨੀਆਂ। ਆਪਾਂ ਪਹਿਲਾਂ ਇੱਕ ਤੁਹਾਡੀ ਕਵਿਤਾ ਸੁਣਨੀ ਚਾਹੁੰਦੇ ਹਾਂ। ਜ਼ਰੂਰ। ਜਿੱਥੋਂ ਤੱਕ ਜਾਗਰੂਕਤਾ ਦਾ ਸੰਬੰਧ ਹੈ, ਮੈਂ ਕਵਿਤਾ ਸੁਣਾਉਣ ਤੋਂ ਪਹਿਲਾਂ 1-2 ਗੱਲਾਂ ਜ਼ਰੂਰ ਕਰਨੀਆਂ ਚਾਹੁੰਦਾ ਕਿ ਆਪਾਂ ਇਹ ਸਾਰੇ ਸਮਝਦੇ ਹਾਂ ਕਿ ਕਵਿਤਾ ਅਸਲ ਵਿੱਚ ਹੁੰਦੀ ਕੀ ਹੈ। ਕਵਿਤਾ ਅਸਲ 'ਚ ਮਨ ਦੀ ਆਵਾਜ਼ ਹੁੰਦੀ ਹੈ, ਤੇ ਮਨ ਦੀ ਆਵਾਜ਼ ਜਦੋਂ ਤੁਹਾਡੇ ਅੰਦਰੋਂ ਆਉਂਦੀ ਹੈ ਤੇ ਮਨ ਜਿਹੜਾ ਉਹ ਆਪਣੇ ਆਪ 'ਚ ਕਥਾ ਕਹਾਣੀਆਂ ਦਾ ਬਣਿਆ ਹੋਇਆ ਹੁੰਦਾ। ਤੇ ਕਥਾ ਕਹਾਣੀਆਂ ਜੋ ਸਾਨੂੰ ਸਮਾਜ ਦੇ ਵਿੱਚੋਂ ਆਉਂਦੀਆਂ ਨੇ, ਉਹ ਸਾਨੂੰ ਬਹੁਤ ਸਾਰੇ ਦੁੱਖਾਂ ਨਾਲ ਲਵਰੇਜ ਕਰ ਦਿੰਦੀਆਂ, ਤੇ ਉਹ ਦੁੱਖ ਅੰਦਰੋਂ ਫਿਰ ਜਿਹੜਾ ਉਹ ਸਾਨੂੰ ਸ਼ਬਦਾਂ ਦੇ ਵਿੱਚ ਢਾਲਦੇ ਨੇ, ਤੇ ਕਵਿਤਾ ਇਸ ਤਰ੍ਹਾਂ ਬਣ ਜਾਂਦੀ ਹੈ। ਇਹ ਮੇਰਾ ਆਪਣਾ ਮੰਨਣਾ ਹੈ। ਤੇ ਮੈਂ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਮੈਂ ਕਵਿਤਾ ਸੁਣਾਵਾਂ, ਮੈਂ ਕਵਿਤਾ ਸੁਣਾ ਰਿਹਾ। ਅਥਰੂ ਦੀ ਆਤਮ ਕਥਾ ਤੋਂ ਪਹਿਲਾਂ ਜਿਹੜੀ ਮੇਰੀ ਕਿਤਾਬ ਆਈ ਸੀ, ਬਹਿਸ ਤੋਂ ਬੇਖਬਰ, ਉਹਦੇ ਵਿੱਚੋਂ ਇਹ ਕਵਿਤਾ ਹੈ।
ਕਵਿਤਾ ਦਾ ਸਿਰਲੇਖ ਹੈ ਚੰਗਾ ਲੱਗਦਾ। ਚੰਗਾ ਲੱਗਦਾ ਗੱਡੀ ਵਿੱਚੋਂ ਛਾਲ ਮਾਰ ਕੇ ਗੱਡੀ ਦੀ ਰਫ਼ਤਾਰ ਅੰਕਣਾ ਚੰਗਾ ਲੱਗਦਾ। ਚੰਗਾ ਲੱਗਦਾ ਗੱਡੀ ਵਿੱਚੋਂ ਛਾਲ ਮਾਰ ਕੇ ਗੱਡੀ ਦੀ ਰਫ਼ਤਾਰ ਅੰਕਣਾ ਚੰਗਾ ਲੱਗਦਾ। ਉੱਡਦੇ ਪੰਛੀ ਦੇ ਖੰਭ ਬਣਨਾ, ਤਾਂਗੇ ਜੁੱਪੇ ਘੋੜੇ ਦੇ ਪੈਰਾਂ ਨਾਲ ਵੱਜਣਾ, ਤਾਰ ਕੋਲ ਦੀਆਂ ਸੜਕਾਂ ਉੱਤੇ ਸ਼ਾਮ ਸਵੇਰੇ ਘਸਰ ਘਸਰ ਕੇ ਖੁਰੀਆਂ ਵਾਂਗੂ ਜਗਣਾ ਬੁਝਣਾ ਚੰਗਾ ਲੱਗਦਾ। ਚੰਗਾ ਲੱਗਦਾ ਬਣਨਾ ਟੋਕੇ ਦਾ ਗੰਡਾਸਾ, ਕਰਨਾ ਕੁਤਰਾ ਕਦਰਾਂ ਵਾਲਾ, ਮਿੱਠਤ ਮਿੱਠਤ ਚਗਲੀ ਜਾਣਾ ਚੰਗਾ ਲੱਗਦਾ। ਮਿੱਠਤ ਮਿੱਠਤ ਚਗਲੀ ਜਾਣਾ ਚੰਗਾ ਲੱਗਦਾ। ਚੰਗਾ ਲੱਗਦਾ ਬਣਨਾ ਪਰੀ ਲੋਕ ਦੇ ਸ਼ਾਹ ਸਵਾਰ, ਕੀ ਮਹਿਰਾ ਕੀ ਰੋਹੀ ਮਾਰੂ, ਸਾਰੀ ਪੈਲੀ ਵਗਲੀ ਜਾਣਾ, ਆਪਣੇ ਕਰਮ ਕੁਕਰਮਾਂ ਖਾਤਰ ਪਰਿਆ ਕੋਲੋਂ ਹੱਥ ਅੱਡ ਕੇ ਹੰਗਾਰਾ ਮੰਗਣਾ, ਜਿੱਤਾਂ ਵਾਲੇ ਹਾਰ ਪਹਿਨ ਕੇ ਫੁੱਲੇ ਰਹਿਣਾ, ਮੂਲ ਨਾ ਸੰਗਣਾ ਚੰਗਾ ਲੱਗਦਾ। ਚੰਗਾ ਲੱਗਦਾ ਗੱਡੀ ਵਿੱਚੋਂ ਛਾਲ ਮਾਰ ਕੇ ਗੱਡੀ ਦੀ ਰਫ਼ਤਾਰ ਅੰਕਣਾ ਚੰਗਾ ਕੀ ਲੱਗਦਾ। ਬਾਤ ਹੈ ਜੀ, ਬਹੁਤ ਹੀ ਵਧੀਆ ਔਰ ਬਹੁਤ ਖੂਬਸੂਰਤੀ ਨਾਲ ਤੁਸੀਂ ਵਿਚਾਰਾਂ ਨੂੰ ਚੁਣਦੇ ਨਹੀਂ ਪਾਉਂਦੇ ਵੀ ਹੋ। ਸੋ ਬਹੁਤ ਚੰਗਾ ਲੱਗ ਰਿਹਾ ਸੁਣ ਕੇ। ਤੁਸੀਂ ਬਹੁਤ ਸਾਰੀਆਂ ਸਾਹਿਤ ਸਭਾਵਾਂ ਦੇ ਨਾਲ ਜੁੜੇ ਹੋਏ ਹੋ। ਸਾਡੇ ਸਰੋਤੇ ਸਾਰੇ ਇਸ ਚੀਜ਼ ਤੋਂ ਭਲੀ ਪ੍ਰਕਾਰ ਵਾਕਿਫ ਨੇ ਕਿ ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਹੋ, ਪ੍ਰੈਸ ਕਲੱਬ ਜਲੰਧਰ ਦੇ ਨਾਲ ਜੁੜੇ ਰਹੇ ਹੋ ਅਤੇ ਬਹੁਤ ਸਾਰੀਆਂ ਅਖਬਾਰਾਂ ਦੇ ਨਾਲ, ਚੈਨਲਸ ਦੇ ਨਾਲ, ਦੂਰਦਰਸ਼ਨ ਦੇ ਨਾਲ ਔਰ ਇਹਨਾਂ ਸਾਰਿਆਂ ਨਾਲ ਜੁੜੇ ਹੋਏ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਹੋਰ ਜਿਹੜੀਆਂ ਗਤੀਵਿਧੀਆਂ ਸਾਹਿਤ ਨਾਲ ਜੁੜੀਆਂ ਹੋਈਆਂ ਉਹ ਕੀਤੀਆਂ, ਆਲੋਚਨਾ ਦਾ ਕੰਮ ਵੀ ਕੀਤਾ, ਗਜ਼ਲਾਂ ਵੀ ਲਿਖੀਆਂ, ਕਵਿਤਾਵਾਂ ਵੀ ਲਿਖੀਆਂ, ਛੋਟੀਆਂ ਨਜ਼ਮਾਂ ਵੀ ਲਿਖੀਆਂ। ਤੇ ਇਹ ਸਾਰਾ ਕੁਝ ਕਰਦਿਆਂ ਹੋਇਆਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਕਦੇ-ਕਦੇ ਤੁਹਾਨੂੰ ਕੋਈ ਉਲਝਣ ਜੀ ਨਹੀਂ ਹੁੰਦੀ ਕਿ ਮੈਂ ਕਿਹੜੇ ਪਾਸੇ ਨੂੰ ਜਾਣਾ ਹੈ ਤੇ ਮੈਂ ਕੀ ਕਰਨਾ ਸੀ? ਇਹ ਉਲਝਣ ਹੁੰਦੀ ਹੈ, ਵੈਸੇ ਜ਼ਰੂਰ ਹੁੰਦੀ ਹੈ, ਕਿਉਂਕਿ ਮੈਂ ਹਮੇਸ਼ਾ ਹੀ ਆਪਣੇ ਆਪ ਬਾਰੇ ਇਹ ਮੰਨ ਕੇ ਚੱਲਦਾ ਕਿ ਮੈਂ ਜਿਸ ਵੀ ਕੰਮ ਵਿੱਚ ਪੈਂਦਾ ਉਹਦੇ ਹਮੇਸ਼ਾ ਮਿਸਫਿਟ ਹੀ ਹੁੰਦਾ, ਉਹਦੇ 'ਚ ਮੈਂ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੁੰਦਾ। ਸ਼ਾਇਦ ਇਹੀ ਕਾਰਨ ਹੈ ਕਿ ਮੈਂ ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰੇ ਮਰਹਲੇ 'ਚ ਜਿਹੜਾ ਉਹ ਗਤੀ ਕਰਦਾ ਰਹਿੰਦਾ। ਔਰ ਫਿਰ ਵੀ ਮੇਰੀ ਤਸੱਲੀ ਇਹ ਹੈ ਕਿ ਜਿਵੇਂ ਤੁਸੀਂ ਪਹਿਲਾਂ ਮੇਰਾ ਇੱਕ ਜਿਹੜਾ ਉਹ ਸ਼ੇਅਰ ਵੀ ਕੋਟ ਕੀਤਾ ਸੀ ਕਿ ਜਾਗਰੂਕ ਮੈਂ ਦੇਸ਼ ਕਰਾਂਗਾ। ਇਹ ਜਾਗਰੂਕਤਾ ਜਿਹੜੀ ਹੈ, ਕਿਉਂਕਿ ਅਸਲ ਦੇ ਵਿੱਚ ਇਹ ਹੈ ਕਿ ਸਮਾਜ ਸਾਡਾ ਜਿਹੜਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਸਾਰੀਆਂ ਕੁਰੀਤੀਆਂ ਦੇ ਵਿੱਚ ਫਸਿਆ ਰਹਿੰਦਾ ਹੈ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਕਿਉਂਕਿ ਹਮੇਸ਼ਾ ਕੁਛ ਨਾ ਕੁਛ ਪ੍ਰਗਤੀ ਦੀ ਗੁੰਜਾਇਸ਼ ਹਰ ਜਗ੍ਹਾ ਤੇ ਰਹਿੰਦੀ ਹੈ। ਇਸ ਕਰਕੇ ਮੇਰੀ ਇੱਕ ਮੁੱਢਲੀ ਧਾਰਨਾ ਜਿਹੜੀ ਹੈ ਮਤਲਬ ਇਸ ਸਮਾਜ ਬਾਰੇ ਉਹ ਇਹੀ ਹੈ ਕਿ ਅਸੀਂ ਜਿਹੜਾ ਮਨੁੱਖਾ ਜਾਮੇ ਦੇ ਵਿੱਚ ਜੇ ਆਪਾਂ ਕਹੀਏ ਕਿ ਅਸੀਂ ਜੋ ਲੋਕ ਆਏ ਹਾਂ, ਸਾਡਾ ਇਹ ਮੁੱਖ ਤੌਰ ਤੇ ਫਰਜ਼ ਬਣਦਾ ਹੈ ਕਿ ਅਸੀਂ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਕੁਛ ਨਾ ਕੁਛ ਘੱਟ ਕਰਨ ਦਾ ਯਤਨ ਕਰੀਏ। ਉਹ ਜਿਸ ਵੀ ਤਰੀਕੇ ਨਾਲ ਹੋ ਸਕਦੀਆਂ, ਚਾਹੇ ਉਹ ਤੁਸੀਂ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੇ ਰਾਹੀਂ ਕਰਦੇ ਹੋ, ਚਾਹੇ ਤੁਸੀਂ ਆਕਾਸ਼ਬਾਣੀ ਦੀਆਂ ਡਿਸਕਸ਼ਨਸ ਰਾਹੀਂ ਕਰਦੇ ਹੋ, ਚਾਹੇ ਤੁਸੀਂ ਗੀਤ ਸੰਗੀਤ ਰਾਹੀਂ ਕਰਦੇ ਹੋ, ਤੇ ਚਾਹੇ ਤੁਸੀਂ ਸਾਹਿਤ ਲੇਖਣ ਰਾਹੀਂ ਕਰਦੇ ਹੋ, ਤੇ ਚਾਹੇ ਫਿਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਭਾ ਸੁਸਾਇਟੀਆਂ ਜਾਂ ਜਿਹੜੀਆਂ ਉਹ ਸੰਸਥਾਵਾਂ ਜਿਹੜੀਆਂ ਵੱਖ-ਵੱਖ ਖੇਤਰਾਂ ਦੀਆਂ, ਚਾਹੇ ਕਲਚਰਲ ਨੇ, ਸੱਭਿਆਚਾਰਕ ਨੇ, ਚਾਹੇ ਸਾਹਿਤਕ ਨੇ, ਉਹਨਾਂ ਦੇ ਰਾਹੀਂ ਕਰਦੇ ਹੋ। ਮੇਰਾ ਮੂਲ ਮਕਸਦ ਜਿਹੜਾ ਉਹ ਇਹੀ ਹੁੰਦਾ ਕਿਸੇ ਵੀ ਕੰਮ ਨੂੰ ਕਰਨ ਦਾ ਕਿ ਅਸੀਂ ਲੋਕ ਜਿਹੜੇ ਆ ਉਹ ਆਪ ਤੋਂ ਦੂਸਰੇ ਲੋਕਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਕੰਮ ਆ ਸਕੀਏ। ਜੋ ਜਿਹੜੀਆਂ ਉਹ ਘਾਟਾਂ ਸਮਾਜ ਦੇ ਵਿੱਚ ਪਾਈਆਂ ਜਾ ਰਹੀਆਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਉਹ ਕਾਬੂ ਦੇ ਵਿੱਚ ਲਿਆ ਕੇ ਉਹਨਾਂ ਦੇ ਉੱਪਰ ਆਪਣਾ ਕੋਈ ਯੋਗਦਾਨ ਪਾ ਕੇ ਉਹਨਾਂ ਨੂੰ ਅੱਗੇ ਵਧਾ ਸਕੇ। ਇਸ ਕਰਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਮੈਂ ਵੱਖ-ਵੱਖ ਸਭਾ ਸੁਸਾਇਟੀਆਂ ਨਾਲ, ਵੱਖ-ਵੱਖ ਸੰਸਥਾਵਾਂ ਦੇ ਨਾਲ, ਵੱਖ-ਵੱਖ ਸਾਹਿਤ ਦੇ ਵੱਖ-ਵੱਖ ਰੂਪਾਂ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਦਾ ਰਹਿੰਦਾ। ਤੇ ਮੇਰੀ ਕਵਿਤਾ ਵੀ ਜੇ ਤੁਸੀਂ ਮਤਲਬ ਧਿਆਨ ਨਾਲ ਤੁਸੀਂ ਪੜ੍ਹੀ ਹੈ, ਬਹੁਤ ਸਾਰੇ ਲੋਕ ਪੜ੍ਹਦੇ ਨੇ, ਮੇਰੀ ਕਵਿਤਾ ਦਾ ਵੀ ਮੁੱਖ ਰੂਪ ਦੇ ਵਿੱਚ ਜੋ ਅਸੀਂ ਕਹਿ ਸਕਦੇ ਹਾਂ ਕਿ ਜੋ ਵਿਸ਼ਾ ਵਸਤੂ ਹੁੰਦਾ ਜਾਂ ਉਹਦਾ ਨਿਭਾਓ ਹੁੰਦਾ ਉਹ ਇਸੇ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਉਹ ਲਿਖਿਆ ਜਾਂਦਾ। ਮੈਂ ਕੋਈ ਵੀ ਮਤਲਬ ਸਾਹਿਤ ਜਾਂ ਕਵਿਤਾ ਜਾਂ ਕੁਛ ਹੋਰ ਕਾਰਜ ਇਸ ਤਰ੍ਹਾਂ ਦਾ ਨਹੀਂ ਕਰਦਾ ਜਿਹੜਾ ਸਿਰਫ ਉਹ ਕੰਮ ਕਰਨ ਲਈ ਕੀਤਾ ਜਾਵੇ। ਮੇਰੇ ਮਨ 'ਚ ਇਹ ਗੱਲ ਹੁੰਦੀ ਹੈ ਕਿ ਇਹਦਾ ਸੁਸਾਇਟੀ ਦੇ ਵਿੱਚ ਕੀ ਪ੍ਰਭਾਵ ਪੈ ਸਕਦਾ, ਕੀ ਸੁਸਾਇਟੀ ਨੂੰ ਇਹਦਾ ਕੋਈ ਯੋਗਦਾਨ ਹੋ ਸਕਦਾ ਕਿ ਨਹੀਂ ਹੋ ਸਕਦਾ, ਇਸ ਤਰ੍ਹਾਂ ਦਾ ਮੇਰੇ ਮਨ 'ਚ ਰਹਿੰਦਾ। ਜੀ ਜੌਲ ਸਾਹਿਬ, ਮੈਂ ਨਾ ਤੁਹਾਨੂੰ ਇਹ ਸਵਾਲ ਕਰਨਾ ਹੀ ਸੀ ਕਿ ਸਾਹਿਤ ਤੇ ਸਮਾਜ ਦਾ ਕੀ ਸੰਬੰਧ ਹੈ, ਪਰ ਤੁਸੀਂ ਪਹਿਲਾਂ ਹੀ ਉਹਦੇ ਵਿੱਚ ਆਪਣਾ ਜਵਾਬ ਦੇ ਚੁੱਕੇ ਹੋ। ਸਾਨੂੰ ਚੰਗਾ ਲੱਗ ਰਿਹਾ ਕਿਉਂਕਿ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਇੱਕ ਵਧੀਆ ਇਨਸਾਨ ਹੋਣ ਦੇ ਨਾਤੇ ਅਸੀਂ ਪਹਿਲਾ ਫਰਜ਼ ਸਾਡਾ ਬਣਦਾ ਹੈ ਕਿ ਆਪਾਂ ਸਮਾਜ ਦੀ ਬਿਹਤਰੀ ਲਈ ਕੁਝ ਕਰੀਏ। ਬਿਲਕੁਲ। ਸੋ ਤੁਸੀਂ ਇੰਨੇ ਸਾਰੇ ਕੰਮਾਂ ਦੇ ਨਾਲ ਜੁੜੇ ਹੋਏ ਹੋ, ਬਹੁਤ ਵਧੀਆ ਉਪਰਾਲੇ ਕਰ ਰਹੇ ਹੋ, ਤੇ ਮੈਂ ਤਾਂ ਸਿਰਫ ਇਹ ਗੱਲ ਤੁਹਾਨੂੰ ਕਹਿਣੀ ਹੈ ਕਿ ਕਈ ਵਾਰੀ ਅਜਿਹੇ ਪਲ ਹੁੰਦੇ ਹੈ ਕਿ ਜੀਵਨ ਦੇ ਵਿੱਚ ਜਿਹੜੇ ਸਾਡੀ ਜ਼ਿੰਦਗੀ ਦੀ ਸੱਚੀ ਤੇ ਸੁੱਚੀ ਜੀ ਅਮਾਨਤ ਹੁੰਦੇ ਹਨ। ਬਿਲਕੁਲ। ਜਿਨ੍ਹਾਂ ਦੀ ਯਾਦ ਜੂ ਵਿੱਚ ਜਾਣ ਨੂੰ ਮੁੜ-ਮੁੜ ਚਿੱਤ ਕਰਦਾ। ਤੁਹਾਡਾ ਕੋਈ ਇਹੋ ਜਿਹਾ ਪਲ ਜਿਹੜਾ ਸਿਰਜਣਾ ਦੇ ਨਾਲ ਜੁੜਿਆ ਹੋਇਆ ਹੋਵੇ
ਜਿਸ ਨੂੰ ਤੁਸੀਂ ਜਦੋਂ ਵੀ ਅੰਤਰ ਧਿਆਨ ਹੁੰਦੇ ਹੋ, ਕਦੇ ਅੱਖਾਂ ਬੰਦ ਕਰਕੇ ਬੈਠਦੇ ਹੋਵੋਗੇ, ਸਾਹਿਤ ਬਾਰੇ ਸੋਚਦੇ ਹੋਵੋਗੇ, ਤਾਂ ਕਿਹੜੀ ਚੀਜ਼ ਤੁਹਾਨੂੰ ਬਹੁਤ ਚੰਗੀ ਲੱਗਦੀ ਹੈ, ਯਾਦ ਆਉਂਦੀ ਹੈ, ਮਤਲਬ ਉਹਦੀ ਸਾਂਝ ਜ਼ਰੂਰ ਪਾਓ। ਚਾਹੇ ਉਹ ਕੋਈ ਕਵਿਤਾ ਹੈ ਤੇ ਚਾਹੇ ਤੁਹਾਡੀ ਰਚਨਾ ਹੈ, ਚਾਹੇ ਤੁਹਾਡਾ ਕੋਈ ਤਜਰਬਾ ਹੈ, ਮਤਲਬ ਇੱਕ ਛੋਟੀ ਜਿਹੀ ਸਾਂਝ ਜ਼ਰੂਰ ਪਾਓ ਉਸ ਦੇ ਨਾਲ। ਤੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਇਹਦੇ ਭੰਡਾਰ ਹੈ ਕਵਿਤਾਵਾਂ ਦਾ, ਤੇ ਉਹਦੇ ਵਿੱਚੋਂ ਜ਼ਰੂਰ ਕੁਛ ਨਾ ਕੁਛ ਸਾਨੂੰ ਸੁਣਨ ਨੂੰ ਵਧੀਆ ਜਿਹਾ ਹੁਣ ਮਿਲ ਜਾਣਾ। ਦੇਖੋ, ਮੈਂ ਬਹੁਤ ਦੁਨੀਆ ਗਾਈ ਹੈ, ਮੈਂ ਬਹੁਤ ਦੂਰ ਦੂਰ ਤੱਕ ਘੁੰਮਿਆ ਆਪਣੀ ਨੌਕਰੀ ਦੇ ਸੰਬੰਧ ਵਿੱਚ ਵੀ। ਇਹਦੇ ਨਾਲ ਹੀ ਮੈਂ ਇੱਕ ਗੱਲ ਸਾਂਝੀ ਕਰਦਾ ਕਿ ਮੈਂ ਜਿਹੜਾ ਉਹ 2003 ਦੇ ਵਿੱਚ ਹੀ ਜਿਹੜਾ ਉਸ ਵੇਲੇ ਦੇ ਜੋ ਪ੍ਰਧਾਨ ਮੰਤਰੀ ਸੀਗੇ ਅਟਲ ਬਿਹਾਰੀ ਵਾਜਪਾਈ ਜੀ, ਮੈਂ ਉਹਨਾਂ ਦੇ ਨਾਲ ਇੱਕ ਚੋਗਮ ਜਿਹੜਾ ਸਾਡਾ ਹੁੰਦਾ ਕਾਮਨਵੈਲਥ ਜਿਹੜਾ ਉਹ ਹੈਡਸ ਦਾ ਇੱਕ ਸੰਮੇਲਨ ਹੋਇਆ ਸੀਗਾ ਅਬੂਜਾ 'ਚ, ਨਾਈਜੀਰੀਆ ਦੀ ਰਾਜਧਾਨੀ ਦੇ ਵਿੱਚ। ਮੈਂ ਵਾਜਪਾਈ ਸਾਹਿਬ ਦੇ ਨਾਲ ਜਿਹੜਾ ਪ੍ਰੈਸ ਪਾਰਟੀ ਜਾਂਦੀ ਹੈ ਉਹਦੇ ਵਿੱਚ ਮੈਂ ਸ਼ਾਮਲ ਸੀ ਅਤੇ ਡੀ ਨਿਊਜ਼ ਲਈ ਮੈਂ ਉੱਥੋਂ ਰਿਪੋਰਟਿੰਗ ਵੀ ਕੀਤੀ ਸੀਗੀ। ਇਸ ਕਰਕੇ ਉਹ ਪਲ ਵੀ ਮੇਰੇ ਨਾਲ ਹਮੇਸ਼ਾ ਰਹਿੰਦੇ ਆ ਕਿ ਮੈਨੂੰ ਇੱਕ ਮੌਕਾ ਜਿਹੜਾ ਉਹ ਪ੍ਰਸਾਰ ਭਾਰਤੀ ਕਰਕੇ ਮਿਲਿਆ। ਮੈਂ ਕਹਿੰਦਾ ਕਿ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇੰਨੀ ਦੂਰ ਦੂਰ ਤੱਕ ਜਾ ਕੇ ਵੀ ਮੈਂ ਆਪਣੇ ਪਿੰਡ ਨਾਲ ਹਮੇਸ਼ਾ ਜੁੜਿਆ ਰਹਿੰਦਾ। ਜਿਹੜੀ ਗੱਲ ਤੁਸੀਂ ਕੀਤੀ ਕਿ ਕੋਈ ਪਲ ਹੋਣਗੇ ਜਿਹੜੇ ਤੁਹਾਨੂੰ ਯਾਦ ਆਉਂਦੇ ਹੋਣਗੇ, ਅਤੇ ਉਹ ਪਿੰਡ ਮੇਰੇ ਜਿਹੜੇ ਮਨ ਦੇ ਵਿੱਚੋਂ ਕਦੇ ਨਹੀਂ ਨਿਕਲਦਾ। ਮੈਂ ਜਿੱਥੇ ਵੀ ਚਲਾ ਜਾਵਾਂ ਮੈਨੂੰ ਮਤਲਬ ਆਪਣੀ ਭਾਸ਼ਾ, ਆਪਣਾ ਕਲਚਰ ਅਤੇ ਖ਼ਾਸ ਤੌਰ 'ਤੇ ਆਪਣਾ ਪਿੰਡ ਜਿੱਥੋਂ ਮੇਰੀ ਮਤਲਬ ਸਾਰੀ ਦੀ ਸਾਰੀ ਪਰਸਨੈਲਿਟੀ ਦੀ ਗਰੂਮਿੰਗ ਹੋਈ, ਉਹ ਮੇਰੇ ਨਾਲ ਹਮੇਸ਼ਾ ਰਹਿੰਦਾ, ਉਹ ਹਰ ਜਗ੍ਹਾ ਰਹਿੰਦਾ। ਅਤੇ ਪਿੰਡ ਬਾਰੇ ਇੱਕ ਕਵਿਤਾ ਮੈਂ ਤੁਹਾਨੂੰ ਜਿਹੜੀ ਉਹ ਸੁਣਾਉਣੀ ਚਾਹੁੰਦਾ। ਜ਼ਰੂਰ। ਗੱਡੀ ਚੱਲ ਰਹੀ ਹੈ, ਧਰਤੀ ਘੁੰਮ ਰਹੀ ਹੈ, ਦੂਰ ਦੇ ਸਰਹੱਦੇ ਉੱਤੇ ਰੁੱਖਾਂ ਦੀ ਰਫ਼ਤਾਰ ਗੋਲਾਕਾਰ। ਗੱਡੀ ਚੱਲ ਰਹੀ ਹੈ, ਧਰਤੀ ਘੁੰਮ ਰਹੀ ਹੈ, ਦੂਰ ਦੇ ਸਰਹੱਦੇ ਉੱਤੇ ਰੁੱਖਾਂ ਦੀ ਰਫ਼ਤਾਰ ਗੋਲਾਕਾਰ। ਬੜੇ ਚੰਗੇ ਲੱਗਦੇ ਘੁੰਮਦੇ ਹੋਏ ਰੁੱਖ, ਇਹਨਾਂ ਰੁੱਖਾਂ ਵਿੱਚ ਹੀ ਕਿਤੇ ਮੇਰਾ ਪਿੰਡ ਹੈ, ਇਹਨਾਂ ਰੁੱਖਾਂ ਵਿੱਚ ਹੀ ਕਿਤੇ ਮੇਰਾ ਪਿੰਡ ਹੈ। ਤੁਰ ਰਿਹਾ ਮੇਰੇ ਨਾਲ ਬਚਪਨ ਦੀ ਖੇਡ, ਸੁਪਨੇ ਮਾਂ ਬਾਪ ਦੇ, ਭੈਣਾਂ ਭਰਾਵਾਂ ਦੇ, ਦੋਸਤਾਂ ਦੀ ਬੇਵਫਾਈ, ਦੁਸ਼ਮਣਾਂ ਦੇ ਅਹਿਸਾਨ। ਦੋਸਤਾਂ ਦੀ ਬੇਵਫਾਈ, ਦੁਸ਼ਮਣਾਂ ਦੇ ਅਹਿਸਾਨ, ਮਹਿਬੂਬ ਦੇ ਸਾਹ, ਨਿਹੋਰੇ ਗਿਲੇ ਸ਼ਿਕਵੇ। ਹੌਲੀ ਹੌਲੀ ਖਤਮ ਹੋ ਰਿਹਾ ਹੈ ਪਿੰਡ, ਹੌਲੀ ਹੌਲੀ ਖਤਮ ਹੋ ਰਿਹਾ ਹੈ ਪਿੰਡ। ਬਹੁਤ ਤੇਜ਼ ਘੁੰਮ ਰਹੀ ਹੈ ਧਰਤੀ, ਪਿੰਡ ਫੇਰ ਆਵੇਗਾ ਜਦੋਂ ਧਰਤੀ ਆਪਣਾ ਚੱਕਰ ਪੂਰਾ ਕਰ ਲਵੇਗੀ। ਚੱਲ ਰਹੀ ਹੈ ਗੱਡੀ, ਘੁੰਮ ਰਹੀ ਹੈ ਧਰਤੀ, ਮੇਰਾ ਪਿੰਡ ਕਿੱਥੇ ਹੈ, ਮੇਰਾ ਪਿੰਡ ਕਿੱਥੇ ਹੈ। ਬਹੁਤ ਹੀ ਵਧੀਆ, ਮਤਲਬ ਬਹੁਤ ਹੀ ਸੰਵੇਦਨਾ ਨਾਲ ਭਰੀ ਹੋਈ ਕਵਿਤਾ ਹੈ ਤੁਹਾਡੀ ਜੀ। ਇਹ ਬਹੁਤ ਚੰਗੀ ਲੱਗੀ ਔਰ ਉਮੀਦ ਕਰਦੀ ਹਾਂ ਕਿ ਸਾਡੇ ਜਿਹੜੇ ਸਰੋਤੇ ਉਹ ਵੀ ਇਹਦਾ ਆਨੰਦ ਮਾਣ ਰਹੇ ਹੋਣਗੇ। ਜੌਲ ਸਾਹਿਬ, ਤੁਹਾਡਾ ਇੱਕ ਦੋਹਾ ਮੈਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਮੈਂ ਉਹਦੇ ਨਾਲ ਗੱਲ ਜੋੜ ਕੇ ਅੱਗੇ ਗੱਲ ਦਾ ਸਿਲਸਿਲਾ ਤੋਰਨਾ ਚਾਹਾਂਗੀ। ਕਿਸ਼ਤੀ ਆਪ ਡੁਬੋ ਕੇ ਖੁਸ਼ ਹੁੰਦੇ ਪਤਵਾਰ, ਕਿਸ਼ਤੀ ਆਪ ਡੁਬੋ ਕੇ ਖੁਸ਼ ਹੁੰਦੇ ਪਤਵਾਰ, ਕਿੱਥੋਂ ਲਹਿਰਾਂ ਆਉਂਦੀਆਂ ਦਰਿਆ ਕਰੇ ਵਿਚਾਰ। ਇੱਕ ਹੋਰ ਥਾਂ ਤੁਸੀਂ ਲਿਖਿਆ ਹੈ, ਥਾਂ ਥਾਂ ਲੋਥਾਂ ਵਿਛੀਆਂ ਮੱਚ ਗਈ ਹਾਹਾਕਾਰ, ਥਾਂ ਥਾਂ ਲੋਥਾਂ ਵਿਛੀਆਂ ਮੱਚ ਗਈ ਹਾਹਾਕਾਰ, ਚਾਰ ਚੁਫੇਰੇ ਸ਼ਾਂਤੀ ਦੱਸਣਗੇ ਅਖਬਾਰ। ਸੋ ਤੁਸੀਂ ਜਦੋਂ ਦੋਹਾ ਲਿਖਦੇ ਹੋ ਤਾਂ ਇੱਕ ਇਹੋ ਜਿਹੀ ਗੱਲ ਪਕੜ ਕੇ ਲਿਆਉਂਦੇ ਹੋ ਜਿਹੜੀ ਕਿ ਸਾਡੇ ਸਾਰਿਆਂ ਦੇ ਮਨਾਂ 'ਚ ਘੁੰਮ ਰਹੀ ਹੁੰਦੀ ਹੈ। ਵੈਸੇ ਤਾਂ ਮੈਂ ਕਿਤੇ ਇਹ ਵੀ ਪੜ੍ਹਿਆ ਹੈ, ਕਹਿੰਦੇ ਵੀ ਚੰਗੀ ਕਵਿਤਾ ਉਹੀ ਹੁੰਦੀ ਜਿਹੜੀ ਬੋਲੇ ਹੌਲੀ ਹੌਲੀ, ਅਤੇ ਤੁਸੀਂ ਹੌਲੀ ਹੌਲੀ ਬੋਲਦੇ ਹੋ। ਅਤੇ ਹੌਲੀ ਹੌਲੀ ਬੋਲਦੇ ਹੋ ਤੁਸੀਂ ਇਹੋ ਜਿਹੀ ਵਧੀਆ ਅਤੇ ਇਹੋ ਜਿਹੀ ਤਿੱਖੀ ਗੱਲ ਕਰ ਜਾਂਦੇ ਹੋ ਕਿ ਸਰੋਤੇ ਆ ਜਿਹੜੇ ਉਹ ਥੋੜ੍ਹੀ ਦੇਰ ਲਈ ਤਾਂ ਸੋਚਦੇ ਰਹਿੰਦੇ ਨੇ ਵੀ ਕਿੱਥੋਂ ਗੱਲ ਤੁਰੀ ਹੋਏਗੀ ਅਤੇ ਕਿੱਥੇ ਪਹੁੰਚ ਗਈ। ਸੋ ਦੋਹੇ ਨਾਲ ਸਾਂਝ ਤਾਂ ਪਾਉਣੀ ਹੈ, ਪਰ ਮੈਨੂੰ ਇਹ ਜ਼ਰੂਰ ਦੱਸੋ ਕਿ ਫਰਾਇਡ ਕਹਿੰਦਾ ਹੈ ਕਿ ਸਾਹਿਤਕਾਰ ਮਨੋਤਾਪੀ ਹੁੰਦਾ ਹੈ, ਕਿ ਸੱਚਮੁੱਚ ਮਨੋਤਾਪੀ ਹੁੰਦਾ ਹੈ, ਕਿ ਉਹਦੇ ਅਚੇਤਨ ਵਿੱਚ ਬਹੁਤ ਕੁਝ ਇਹੋ ਜਿਹਾ ਪਿਆ ਹੁੰਦਾ ਹੈ ਜਿਸ ਨੂੰ ਉਹ ਇੱਕ ਬਹੁਤ ਵਧੀਆ ਰੂਪ ਦੇ ਵਿੱਚ, ਯਾਨੀ ਉਦਾਤੀਕ੍ਰਿਤ ਰੂਪ ਦੇ ਵਿੱਚ ਪੇਸ਼ ਕਰਨ ਦੇ ਵਾਸਤੇ ਸਾਹਿਤ ਦੀ ਵਰਤੋਂ ਕਰਦਾ ਹੈ। ਜਿਵੇਂ ਮੰਨ ਲਓ ਗਜ਼ਲ ਲਿਖਦਾ ਹੈ, ਕਵਿਤਾ ਲਿਖਦਾ ਹੈ, ਦੋਹਾ ਲਿਖਦਾ ਹੈ, ਕੋਈ ਸ਼ਬਦ ਵੀ ਲਿਖਦਾ ਹੋਏਗਾ, ਕੋਈ ਆਲੋਚਨਾ ਦਾ ਵੀ ਜੇ ਕੰਮ ਕਰਦਾ ਹੈ, ਅਤੇ ਜੇ ਕੋਈ ਕ੍ਰੀਏਟਿਵ ਹੋ ਕੇ ਕੋਈ ਸਾਹਿਤ ਦੇ ਨਾਲ ਸਕਰੀਨ ਨੂੰ ਜੋੜ ਰਿਹਾ ਹੈ, ਜਿਵੇਂ ਕਿ ਤੁਸੀਂ ਸਾਰੀਆਂ ਚੀਜ਼ਾਂ ਨਾਲ ਜੁੜੇ ਹੋਏ ਹੋ, ਅਤੇ ਤੁਸੀਂ ਮੈਨੂੰ ਇਹਦੇ ਬਾਰੇ ਵੀ ਜ਼ਰੂਰ ਦੱਸਣਾ ਕਿ ਸੱਚਮੁੱਚ ਕੁਝ ਇਸ ਤਰ੍ਹਾਂ ਦੇ ਭਾਵ ਵੀ ਹੁੰਦੇ ਹਨ, ਔਰ ਇਹਦੇ ਨਾਲ ਇੱਕ ਦੋਹਾ ਵੀ ਸਾਨੂੰ ਸੁਣਾਓ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਜੋ ਤੁਸੀਂ ਫਰਾਇਡ ਦੇ ਹਵਾਲੇ ਨਾਲ ਕਹਿ ਰਹੇ ਹੋ। ਅਸਲ ਦੇ ਵਿੱਚ ਸਾਹਿਤਕਾਰੀ, ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਕਿ ਮਨ ਦੀ ਆਵਾਜ਼ ਹੀ ਹੁੰਦੀ ਹੈ। ਆਪਾਂ ਇਹ ਵੀ ਸਮਝਦੇ ਹਾਂ ਕਿ ਸਾਹਿਤਕਾਰੀ ਜਿਹੜੀ ਹੈ ਉਹ ਤੁਹਾਡੇ ਆਪਣੇ ਤਜਰਬੇ ਹੀ ਹੁੰਦੇ ਆ, ਜਿਹੜੇ ਤੁਸੀਂ ਆਪਣੇ ਖੂਨ ਪਸੀਨੇ ਵਿੱਚੋਂ ਕਸ਼ੀਦ ਕਰਕੇ ਸ਼ਬਦਾਂ ਰਾਹੀਂ
ਢਾਲਣੇ ਹੁੰਦੇ ਆ, ਕਾਗਜ਼ ਤੇ ਲੈ ਕੇ ਆਉਣੇ ਹੁੰਦੇ ਆ। ਇਸ ਕਰਕੇ ਹਮੇਸ਼ਾ ਹੀ ਕੋਈ ਵੀ ਕਵੀ, ਕੋਈ ਵੀ ਸਾਹਿਤਕਾਰ ਕਦੇ ਵੀ ਝੂਠ ਨਹੀਂ ਲਿਖ ਸਕਦਾ, ਉਹ ਹਮੇਸ਼ਾ ਸੱਚ ਹੀ ਲਿਖਦਾ ਹੈ। ਕਿਉਂਕਿ ਆਪਾਂ ਇਹ ਸਾਰੇ ਸਮਝਦੇ ਹਾਂ ਕਿ ਜਿਵੇਂ ਮਤਲਬ ਬਹੁਤ ਮਸ਼ਹੂਰ ਗੱਲ ਹੈ ਕਿ ਅਸਲ ਸੱਚ ਜਿਹੜਾ ਹੈ ਉਹ ਕਵਿਤਾ ਰਾਹੀਂ ਹੀ ਪੇਸ਼ ਹੁੰਦਾ ਹੈ। ਹਾਲਾਂਕਿ ਕਵਿਤਾ ਜਿਹੜੀ ਹੈ ਉਹ ਬਾਕੀ ਸਾਹਿਤ ਰੂਪਾਂ ਨਾਲੋਂ ਬਹੁਤ ਜਿਹੜੀ ਉਹ ਤੱਤਪੜਤੀ ਹੁੰਦੀ ਹੈ, ਇੱਕਦਮ ਆਉਂਦੀ ਹੈ, ਪਰ ਉੱਥੇ ਕਦੀ ਝੂਠ ਨਹੀਂ ਚੱਲਦਾ ਕਿਉਂਕਿ ਉਹ ਹਮੇਸ਼ਾ ਹੀ ਜਿਹੜਾ ਮਨ ਦੇ ਉਸ ਕੋਨੇ 'ਚੋਂ ਆਉਂਦੀ ਹੁੰਦੀ ਹੈ ਜਿੱਥੇ ਅਸਲ ਦੇ ਵਿੱਚ ਤੁਸੀਂ ਬਿਲਕੁਲ ਤੁਹਾਨੂੰ ਕਿਸੇ ਨੇ ਹਿੱਟ ਕੀਤਾ ਹੁੰਦਾ, ਚਾਹੇ ਹਾਲਾਤ ਨੇ ਕੀਤਾ ਹੁੰਦਾ, ਚਾਹੇ ਕਿਸੇ ਰਿਸ਼ਤੇ ਨੇ ਕੀਤਾ ਹੁੰਦਾ, ਚਾਹੇ ਕਿਸੇ ਭਾਵਨਾਵਾਂ ਨੇ ਕੀਤਾ ਹੁੰਦਾ। ਇਸ ਕਰਕੇ ਉਹ ਬਹੁਤ ਜਿਹੜਾ ਇਹ ਮੰਨ ਕੇ ਚੱਲਿਆ ਜਾਂਦਾ ਕਿ ਕਵਿਤਾ ਹਮੇਸ਼ਾ ਸੱਚ ਦਾ ਹੀ ਪੈਗਾਮ ਹੁੰਦੀ ਹੈ। ਔਰ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਸਕਰੀਨ ਨਾਲ ਜੁੜੀ ਹੋਈ, ਮੈਂ ਬਹੁਤ ਲੰਮਾ ਸਮਾਂ ਦੂਰਦਰਸ਼ਨ 'ਤੇ ਸਾਹਿਤ ਕਿਰਤਾਂ ਨੂੰ ਪੇਸ਼ ਕਰਨ ਦਾ, ਜਿਵੇਂ ਕਿ ਜ਼ਰੂਰਤ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਪ੍ਰੋਗਰਾਮਿੰਗ ਦੀਆਂ, ਉਹ ਬੇਸ਼ੱਕ ਅਲੱਗ-ਅਲੱਗ ਹੁੰਦੀਆਂ, ਬਹੁਤ ਕੁਝ ਤੁਹਾਨੂੰ ਬੜੀ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਪੈਂਦੇ ਆ, ਲੇਕਿਨ ਸਾਹਿਤਕਾਰੀ ਨੂੰ ਸਕਰੀਨ ਦੇ ਵਿੱਚ ਢਾਲ ਕੇ ਪੇਸ਼ ਕਰਨਾ ਵੀ ਮੇਰਾ ਆਪਣੇ ਆਪ 'ਚ ਮੇਰੀ ਦਿਲਚਸਪੀ ਰਹੀ ਹੈ। ਕਿਉਂਕਿ ਮੈਂ ਬਹੁਤ ਸਾਰੇ ਲੇਖਕਾਂ 'ਤੇ ਵੀ ਡਾਕੂਮੈਂਟਰੀਜ਼ ਬਣਾਈਆਂ ਔਰ ਬਹੁਤ ਸਾਰੀਆਂ ਸਾਹਿਤ ਕਿਰਤਾਂ 'ਤੇ ਵੀ ਟੈਲੀ ਫਿਲਮਾਂ ਬਣਾਈਆਂ, ਜਿਹਦੇ ਵਿੱਚ ਸੋਹਣ ਸਿੰਘ ਸੀਤਲ ਹੋਰਾਂ ਦਾ ਯੁੱਗ ਬਦਲ ਗਿਆ ਨਾਵਲ, ਜਿਹਦੇ 'ਤੇ ਉਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਵੀ ਮਿਲਿਆ ਸੀ, ਉਹਦੇ 'ਤੇ ਮੈਂ ਨੈਸ਼ਨਲ ਦੂਰਦਰਸ਼ਨ ਲਈ ਇੱਕ ਸੀਰੀਅਲ ਕੀਤਾ ਸੀ। ਇਸੇ ਤਰ੍ਹਾਂ ਸਾਡੇ ਵੱਡੇ ਨਾਵਲਕਾਰ ਨੇ ਜਸਵੰਤ ਸਿੰਘ ਕਮਲ, ਉਹਨਾਂ ਦਾ ਬਹੁਤ ਮਸ਼ਹੂਰ ਨਾਵਲ ਹੈ ਰੂਪਤਾਰਾ, ਉਹਦੇ ਉੱਪਰ ਵੀ ਮੈਂ ਸੀਰੀਅਲ ਕੀਤਾ ਸੀ। ਮਤਲਬ ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਵੀ ਮੈਂ ਕਰਦਾ ਰਿਹਾ। ਇਸ ਕਰਕੇ ਸਕਰੀਨ ਨਾਲ ਵੀ ਸਾਹਿਤ ਕਿਵੇਂ ਸਕਰੀਨ ਦੇ ਉੱਤੇ ਪ੍ਰੋਜੈਕਟ ਕਰਨਾ, ਸਕਰੀਨ ਦੇ ਉੱਤੇ ਦਿਖਾਉਣਾ, ਇਹ ਵੀ ਮੇਰੀ ਦਿਲਚਸਪੀ ਰਹੀ ਹੈ। ਔਰ ਰਹੀ ਗੱਲ ਦੋਹਿਆਂ ਦੀ ਕਿ ਮੈਂ ਤੁਹਾਨੂੰ ਆਪਣੇ ਕੁਛ ਦੋਹੇ ਸੁਣਾਵਾਂ, ਮੈਂ ਜ਼ਰੂਰ ਸੁਣਾਉਣੇ ਚਾਹੂੰਗਾ ਕਿਉਂਕਿ ਹਾਲਾਂਕਿ ਮੱਧਕਾਲੀ ਸਿਨਫ ਹੈ, ਲੇਕਿਨ ਅੱਜ ਕੱਲ੍ਹ ਦੇ ਸਮੇਂ ਦੇ ਜੋ ਦੁੱਖ ਦਰਦ ਨੇ ਉਹਨਾਂ ਨੂੰ ਵੀ ਬਿਆਨ ਕਰਨ ਲਈ ਦੋਹਾ ਮੈਨੂੰ ਬਹੁਤ ਹੀ ਕਾਰਗਰ ਸਿਨਫ ਵਿਧਾ ਲੱਗਦੀ ਰਹਿੰਦੀ ਹੈ। ਕੁਝ ਦੋਹੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ, ਜਿਵੇਂ ਕਿ ਤੁਸੀਂ ਦੋ ਸੁਣਾਏ ਵੀ ਨੇ, ਮੈਂ ਦੋ ਤਿੰਨ ਹੋਰ ਤੁਹਾਡੇ ਨਾਲ ਸਾਂਝੇ ਕਰਦਾ। ਉਹ ਸੀ ਕਿ ਜੁਗ ਨੂੰ ਆਇਆ ਚੀਰ ਕੇ ਕਾਲੀ ਬੋਲੀ ਰਾਤ, ਜੁਗ ਨੂੰ ਆਇਆ ਚੀਰ ਕੇ ਕਾਲੀ ਬੋਲੀ ਰਾਤ, ਸੁੱਤਾ ਸੂਰਜ ਸੋਚਦਾ ਕੀ ਮੇਰੀ ਔਕਾਤ। ਜੁਗ ਨੂੰ ਆਇਆ ਚੀਰ ਕੇ ਕਾਲੀ ਬੋਲੀ ਰਾਤ, ਸੁੱਤਾ ਸੂਰਜ ਸੋਚਦਾ ਕੀ ਮੇਰੀ ਔਕਾਤ। ਮੇਰੀ ਹਿੱਕ ਨੇ ਰੋਕ ਲਏ ਜਿੰਨੇ ਚੱਲੇ ਤੀਰ, ਮੇਰੀ ਹਿੱਕ ਨੇ ਰੋਕ ਲਏ ਜਿੰਨੇ ਚੱਲੇ ਤੀਰ, ਨਿੰਮੋ ਝੂਣਾ ਹੋ ਗਿਆ ਆਪੇ ਤੁਰ ਸ਼ਗੀਰ। ਬਹੁਤ ਹੀ ਵਧੀਆ। ਪ੍ਰੋਫੈਸਰ ਮੋਹਨ ਸਿੰਘ ਲਿਖਦੇ ਆ ਕਿ ਤੁਰ ਤੁਰ ਗਿੱਟੀਆਂ ਲੰਗੀਆਂ ਹੋਈਆਂ, ਪੈਰ ਜੁਗਾਂ ਦੇ ਪਾਟੇ, ਘੁੰਮ ਘੁਮਾ ਕੇ ਅੰਬਰ ਥੱਕੇ, ਰਾਤ ਦੇਹੋਂ ਨੇ ਅੱਕੇ, ਸੋਚ ਖੜੀ ਅਦਵਾਟੇ, ਦਿਲ ਖੜਾ ਅਦਵਾਟੇ, ਤੇ ਧਰਮ ਖੜਾ ਅਦਵਾਟੇ, ਅਧਰਮ ਖੜਾ ਅਦਵਾਟੇ, ਕੀ ਹੋਇਆ ਜੇ ਪਿਆਰ ਮੇਰਾ ਅਦਵਾਟੇ। ਤੇ ਮੈਨੂੰ ਲੱਗਦਾ ਕਦੇ-ਕਦੇ ਅੱਧਾ ਅਧੂਰਾਪਨ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਮਹਿਸੂਸ ਹੁੰਦਾ ਹੀ ਰਹਿੰਦਾ ਹੈ। ਮੈਨੂੰ ਵੀ ਲੱਗ ਰਿਹਾ ਕਿ ਗੱਲਾਂ ਤਾਂ ਬਹੁਤ ਸਾਰੀਆਂ ਨੇ, ਪਰ ਹਜੇ ਸਾਡੀਆਂ ਜਿਹੜੀਆਂ ਗੱਲਾਂ ਨੇ ਉਹਦਾ ਜਿਹੜਾ ਸਿਲਸਿਲਾ ਸੀ ਬਹੁਤਾ ਲੰਬਾ ਨਾ ਲਿਜਾ ਕੇ ਇੱਕ ਚੀਜ਼ ਬੜੀ ਖਾਸ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਸਾਹਿਤ ਦੇ ਵਿੱਚ ਆਉਣ ਵਾਲੇ ਸਮੇਂ 'ਚ ਤੁਸੀਂ ਕਿਹੋ ਜਿਹੀ ਤਬਦੀਲੀ ਦੇਖਣਾ ਚਾਹੁੰਦੇ ਹੋ, ਤੇ ਪੰਜਾਬੀ ਭਾਸ਼ਾ ਦੇ ਨਾਲ ਜਿਹੜੇ ਸਾਡੇ ਅੱਜ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕਿਵੇਂ ਜੋੜ ਸਕਦੇ ਹਾਂ ਆਪਾਂ। ਉਹਦੇ ਲਈ ਕੋਈ ਇੱਕ ਛੋਟਾ ਜਿਹਾ ਨੁਕਤਾ ਜ਼ਰੂਰ ਦੱਸੋ ਸਾਨੂੰ। ਦੇਖੋ, ਗੱਲ ਇਹ ਹੈ ਕਿ ਸਾਹਿਤ ਦੇ ਵਿੱਚ ਤਬਦੀਲੀ ਤਾਂ ਸੋਚ ਸਮਝ ਕੇ ਨਹੀਂ ਕੀਤੀ ਜਾ ਸਕਦੀ ਹੁੰਦੀ। ਉਹਦੇ ਵਿੱਚ ਇਹੀ ਹੁੰਦਾ ਹੈ ਕਿ ਜੋ ਸਾਡੇ ਸਮੇਂ ਦਾ ਸੱਚ ਹੈ, ਅਗਰ ਉਹ ਸਾਹਿਤ ਕਿਰਤਾਂ ਦੇ ਵਿੱਚ ਪੇਸ਼ ਹੋਣਾ ਸ਼ੁਰੂ ਹੋ ਜਾਏਗਾ ਜਾਂ ਇਮਾਨਦਾਰੀ ਨਾਲ ਪੇਸ਼ ਹੋਏਗਾ ਤੇ ਸਾਹਿਤ ਅੱਗੇ ਵੱਧਦਾ ਫੁੱਲਦਾ ਜਾਏਗਾ। ਤੇ ਮੇਰੀ ਇਹ ਵੀ ਪੱਕੀ ਧਾਰਨਾ ਹੈ ਕਿ ਜਿਹੜੀ ਚੀਜ਼ ਤੁਸੀਂ ਆਪਣੀ ਮਾਤ ਭਾਸ਼ਾ ਵਿੱਚ ਲਿਖ ਸਕਦੇ ਹੋ ਉਹ ਤੁਸੀਂ ਕਿਸੇ ਵੀ ਦੂਸਰੀ ਭਾਸ਼ਾ ਨਹੀਂ ਲਿਖ ਸਕਦੇ। ਤੁਹਾਡੀ ਮਾਤ ਭਾਸ਼ਾ ਜਿਹੜੀ ਵੀ ਹੈ, ਚਾਹੇ ਉਹ ਹਿੰਦੀ ਹੈ, ਚਾਹੇ ਉਹ ਅੰਗਰੇਜ਼ੀ ਹੈ, ਚਾਹੇ ਉਹ ਪੰਜਾਬੀ ਹੈ, ਚਾਹੇ ਕੋਈ ਹੋਰ ਭਾਰਤੀ ਭਾਸ਼ਾ ਆ, ਕਿਸੇ ਵੀ ਜਿਸ ਖਿੱਤੇ ਦੇ ਵਿੱਚ ਤੁਸੀਂ ਰਹਿੰਦੇ ਹੋ, ਜਿਸ ਖਿੱਤੇ ਦੇ ਵਿੱਚ ਤੁਸੀਂ ਜਨਮੇ ਹੋ, ਵੱਡੇ ਹੋਏ ਹੋ, ਤੁਹਾਡੀ ਜਿਹੜੀ ਭਾਸ਼ਾ ਤੁਹਾਡੇ ਆਲੇ ਦੁਆਲੇ ਸਮਾਜ ਬੋਲਦਾ, ਤੁਹਾਡੇ ਪਿਤਾ ਪੁਰਖੀ ਬੋਲਦੇ ਸੀਗੇ, ਅਗਰ ਉਹਦੇ ਵਿੱਚ ਤੁਸੀਂ ਆਪਣੀ ਰਾਈਟਿੰਗ ਕਰੋਗੇ ਤਾਂ ਹਮੇਸ਼ਾ ਹੀ ਤੁਸੀਂ ਜਿਹੜਾ ਉਸ ਸੱਚ ਦੇ ਨੇੜੇ ਤੇੜੇ ਰਹੋਗੇ ਜੋ ਤੁਹਾਡੇ ਆਲੇ ਦੁਆਲੇ ਫੈਲਿਆ ਹੋਇਆ। ਔਰ ਇੱਕ ਬਹੁਤ ਵੱਡਾ ਜਿਹੜਾ ਮਾਡਰਨ ਮਾਰਕਸਿਜ਼ਮ ਦਾ ਸਕਾਲਰ ਹੈ ਅਲਥਿਊਸਰ, ਉਹਨੇ ਕਦੇ ਕਿਹਾ ਸੀ ਕਿ ਸੱਚ ਉਹੀ ਹੁੰਦਾ ਜੋ ਭਾਸ਼ਾ ਰਾਹੀਂ ਪ੍ਰਗਟ ਹੁੰਦਾ, ਤੇ ਭਾਸ਼ਾ ਅਸਲ ਦੇ ਵਿੱਚ ਤੁਹਾਡੀ ਉਹੀ ਹੁੰਦੀ ਹੈ ਜੋ ਤੁਹਾਨੂੰ ਬਚਪਨ ਤੋਂ ਤੁਹਾਡੇ ਕੋਲ ਆਈ ਹੁੰਦੀ ਹੈ। ਤੇ ਜਦੋਂ ਤੁਸੀਂ ਉਸ ਭਾਸ਼ਾ 'ਚ ਗੱਲ ਕਰੋਗੇ ਤੇ ਕੁਦਰਤੀ ਤੌਰ 'ਤੇ ਸੱਚੀ ਗੱਲ ਕਰੋਗੇ। ਸੋ ਬਿਲਕੁਲ ਠੀਕ ਹੈ ਜੀ। ਕਹਿੰਦੇ ਮਾਂ ਬੋਲੀ ਤੂੰ ਬੋਲੋ ਬੰਦਿਆ, ਸਭ ਕੁਝ ਤੇਰੇ ਕੋਲੋ ਬੰਦਿਆ। ਸੋ ਸਿਰਜਣਾ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬਹੁਤ ਚੰਗਾ ਲੱਗਿਆ ਔਰ ਬਹੁਤ ਸਾਰੀ ਸਾਨੂੰ ਸੇਧ ਵੀ ਮਿਲੀ।
ਬਹੁਤ ਸਾਰੀਆਂ ਖੂਬਸੂਰਤ ਜਿਹੜੀਆਂ ਸਾਂਝਾਂ ਜਿਹੜੀਆਂ ਸਾਹਿਤ ਦੀਆਂ ਜਿਹੜੀਆਂ ਆਪਾਂ ਪਾ ਸਕਦੇ ਸੀ ਅਸੀਂ ਪਾਈਆਂ ਨੇ, ਤੇ ਇਸ ਸਿਲਸਿਲੇ ਨੂੰ ਅੱਗੋਂ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਜਾਰੀ ਰੱਖਾਂਗੇ। ਔਰ ਇੱਥੇ ਆਉਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਸਾਡੇ ਸਰੋਤਿਆਂ ਨੇ ਇਸ ਦਾ ਭਰਪੂਰ ਆਨੰਦ ਲਿਆ ਹੋਵੇਗਾ। ਬਹੁਤ ਬਹੁਤ ਧੰਨਵਾਦ। ਸ਼ਹਿਰ ਹੌਲੀ ਹੌਲੀ ਉਤਰ ਰਿਹਾ ਹੈ ਮੇਰੀ ਰਗਾਂ ਅੰਦਰ, ਹੁਣ ਸਭ ਕੁਝ ਹਰਾ ਹਰਾ ਨਹੀਂ ਦਿਸਦਾ, ਨਹੀਂ ਦਿਸਦਾ ਅਤੀਤ ਦੀਆਂ ਆਂਦਰਾਂ 'ਚ ਰਿਸ਼ਤਿਆਂ ਦਾ ਰਸਮ ਬਾਗ। ਸ਼ਹਿਰ ਹੌਲੀ ਹੌਲੀ ਉਤਰ ਰਿਹਾ ਹੈ ਮੇਰੀਆਂ ਰਗਾਂ ਅੰਦਰ। ਹੁਣੇ ਤੁਸੀਂ ਸੁਣ ਰਹੇ ਸੀ ਡਾਕਟਰ ਲਖਵਿੰਦਰ ਜੌਲ ਹੋਰਾਂ ਨਾਲ ਕੀਤੀ ਗੱਲਬਾਤ, ਤੇ ਗੱਲਬਾਤ ਕਰ ਰਹੇ ਸਨ ਡਾਕਟਰ ਨਵਰੂਪ ਕੌਰ। ਇਸ ਦੇ ਨਾਲ ਹੀ ਸਿਰਜਣਾ ਦਾ ਇਹ ਸੰਦਲੀ ਸਫ਼ਰ ਇੱਥੇ ਹੀ ਮੁੱਕਦਾ ਏ। ਅਗਲਾ ਅੰਕ ਲੈ ਕੇ ਫਿਰ ਹਾਜ਼ਰ ਹੋਵਾਂਗੇ। ਨਮਸਕਾਰ। पेशकश मोहम्मद इम्तियाज। सिरजना।